होगी इस हवेली बनने बड़ी सोहनी है, शानदार है। पुरानिया चीज़ां भी इत्थे पईयां ने। होगी इस हवेली बनने बड़ी सोहनी है, शानदार है। पुरानिया चीज़ां भी इत्थे पईयां ने। ਇਹਦੀ खूबसूरती ਨੂੰ देख के ਇੱਥੇ ਫਿਲਮ भी बनी है ਤੇ ਗਾਣਿਆਂ ਦੀ ਸ਼ੂਟਿੰਗ भी हुई है। ਇਹਦੇ ਵਿੱਚ ਜਿਹੜੇ ਕੁਝ ਸਮਾਨ ਜਿਹੜਾ ਕਰਾਚੀ ਤੋਂ ਬਾਈ ਟ੍ਰੇਨ ਮੰਗਵਾਇਆ ਗਿਆ ਸੀ, ਉਹਦੇ ਉੱਪਰ ਸਟੈਂਪ ਵੀ ਲੱਗਿਆ ਬਕਾਇਦਾ ਮੇਡ ਇਨ ਇੰਗਲੈਂਡ। ਹੋਰ ਵੀ ਕਾਫੀ ਪੁਰਾਣਾ ਸਮਾਨ ਪਿਆ ਜਿਹੜਾ ਤਕਰੀਬਨ 75 ਤੋਂ ਲੈ ਕੇ 100 ਸਾਲ ਤੱਕ ਦਾ ਹੈਗਾ। ਤਾਂ ਅੱਜ ਗੱਲ ਕਰਦੇ ਹਾਂ ਇਸ ਹਵੇਲੀ ਦੇ ਬਾਰੇ, ਇਸ ਦੀ ਖਾਸੀਅਤ ਦੇ ਬਾਰੇ। ਭਾਈ ਸਾਹਿਬ ਸਾਡੇ ਨਾਲ ਜੁੜੇ ਨੇ। ਭਾਈ ਸਾਹਿਬ ਸਤਿ ਸ੍ਰੀ ਅਕਾਲ ਸਰ, ਆਪਣਾ ਨਾਮ ਕੀ ਹੈ? ਸ਼ੈਲੇਂਦਰ ਸਿੰਘ ਜਾਖੜ। ਸ਼ੈਲੇਂਦਰ ਸਿੰਘ ਜਾਖੜ ਜੀ, ਪਿੰਡ ਕਿੱਲਾਵਤ। ਇਸ ਹਵੇਲੀ ਦੇ ਬਾਰੇ ਦੱਸੋ ਜੀ, ਇਹ ਕਦੋਂ ਬਣੀ ਸੀਗੀ? ਇਹ ਲਗਭਗ ਸਾਡੇ ਬਜ਼ੁਰਗਾਂ ਨੇ ਜੀ 1919 ਸ਼ੁਰੂ ਕੀਤੀ ਸੀ ਤੇ ਜਿਹੜੀ ਜਾ ਕੇ 2 ਸਾਲਾਂ ਬਾਅਦ 21 ਚ ਪੂਰੀ ਹੋਈ ਤੇ ਇਸ ਨੂੰ ਇਸ ਟਾਈਮ 100 ਸਾਲ ਤੋਂ ਵੀ ਉੱਪਰ ਸਮਾਂ ਹੋ ਚੁੱਕਾ। ਅੱਛਾ, ਇੱਥੇ ਫਿਲਮ ਵੀ ਬਣੀ ਹੈ? ਫਿਲਮ ਵੀ ਬਣੀ ਹੈ ਜੀ, ਸੌਂਗਸ ਵੀ ਹੋਏ ਹੈ, ਪਰ ਅਸੀਂ ਜ਼ਿਆਦਾ ਕਈ ਵਾਰੀ ਕੋਈ ਪੁੱਛਦੇ ਆ ਤਾਂ ਅਸੀਂ ਮਨਾ ਹੀ ਕਰ ਦਿੰਦੇ ਹਾਂ। ਅਸੀਂ ਇੱਕ ਫਿਲਮ ਤੇ ਇੱਕ ਸੌਂਗ ਇੱਥੇ ਸ਼ੂਟ ਫਿਲਮ ਕਿਹੜੀ ਸੀਗੀ? ਗੋਰਿਆਂ ਨੂੰ ਦਫਾ ਕਰੋ ਜੀ, ਅਮਰਿੰਦਰ ਗਿੱਲ ਦੀ, ਯੁਗਰਾਜ ਸਿੰਘ। ਅੱਛਾ, ਹੋਰ ਵੀ ਕਾਫੀ ਸਰ ਸਮਾਨ ਪਿਆ ਇੱਥੇ। ਅੰਦਰ ਦੇਖਿਆ ਇੱਕ ਸੰਦੂਕ ਆ, ਉਹ ਕਿਸ ਵਕਤ ਦਾ ਹੈਗਾ ਸੰਦੂਕ? ਇਹ ਬਹੁਤ ਸਾਰੀ ਚੀਜ਼ਾਂ ਜਦੋਂ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਮੁਸਲਮਾਨ ਕਾਰੀਗਰ ਸੀ ਉਸ ਟਾਈਮ ਦਾ ਸਮਾਨ ਹੈਗਾ ਜੀ। ਇੱਥੇ ਇੱਕ ਹੁੱਕਾ ਵੀ ਹੈਗਾ, ਕਈ ਚੀਜ਼ਾਂ ਹੈਗੀਆਂ। ਜਦੋਂ ਮੁਸਲਮਾਨ ਗਏ, ਸਾਡੇ ਪਰਿਵਾਰ ਨਾਲ ਆਉਣ ਜਾਣ ਸੀਗਾ, ਜਾਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਤਾ ਚੱਲ ਗਿਆ ਸੀ ਵੀ ਪਾਰਟੀਸ਼ਨ ਹੋ ਰਹੀ ਹੈ ਤੇ ਅਸੀਂ ਇੱਥੋਂ ਜਾਣਾ ਹੈ। ਤਾਂ ਉਹਨਾਂ ਨੇ ਕੁਝ ਮੰਜੇ, ਕੁਝ ਇਹਦੀਆਂ ਲੱਕੜ ਦੀਆਂ ਚੀਜ਼ਾਂ ਜਿਹੜੀਆਂ ਵੀ ਕਾਰੀਗਰੀ ਦੇਖ ਕੇ ਜਾਂਦੇ, ਇੱਕ ਐਜ਼ ਏ ਗਿਫਟ ਦੇ ਕੇ ਗਏ ਤੇ ਸਾਡੇ ਪਰਿਵਾਰ ਦੇ ਬੰਦੇ ਜਿਹੜੇ ਸੀ ਉਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਆਏ। ਉਸ ਤੋਂ ਬਾਅਦ ਉਹਨਾਂ ਨਾਲ ਕੋਈ ਜ਼ਿਆਦਾ ਤਾਲਮੇਲ ਨਹੀਂ ਹੋਇਆ ਕਿਉਂਕਿ ਉਸ ਟਾਈਮ ਕੋਈ ਟੈਲੀਫੋਨ ਜਾਂ ਨਹੀਂ ਸੀਗਾ। ਪਰ ਉਹਨਾਂ ਨਾਲ ਵੀ ਸਾਡਾ ਮਤਲਬ ਕੁਝ ਲੋਕ ਇੱਥੇ ਪਾਕਿਸਤਾਨ ਤੋਂ ਜਿਹੜੇ ਰਹਿੰਦੇ ਸੀ, ਵਸੀਤ ਵੀ ਸੀ ਇੱਥੇ, ਪੂਰਾ ਉਹਨਾਂ ਦਾ ਮਤਲਬ ਵੀ ਕਈ ਪਰਿਵਾਰ ਇੱਥੇ। ਅੱਛਾ, ਇਸ ਪਿੰਡ ਦੇ ਵਿੱਚ ਮਸਜਿਦ ਹੈਗੀ ਸੀ? ਹਾਂਜੀ, ਹੁਣ ਹੈ ਨਹੀਂ, ਉਸ ਟਾਈਮ ਉਸ ਵਕਤ ਹੈਗੀ ਸੀ। ਔਰ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਰਹਿੰਦੇ ਸੀ। ਇਹ ਸਾਰੇ ਜੀ ਉਹਨਾਂ ਦੀ, ਕਿਉਂਕਿ ਉਹਨਾਂ 'ਚ ਕਲਾਕਾਰੀ ਕਾਫੀ ਸੀਗੇ, ਹੈ ਨਾ? ਇਹ ਉਹਨਾਂ ਦੀ ਵੀ ਦੇਣ ਹੈ, ਹਿੱਸੇਦਾਰੀ ਹੈ ਸਾਡੀ ਖੂਬਸੂਰਤੀ ਵਿੱਚ, ਉਹਨਾਂ ਦਾ ਵੀ ਹਿੱਸਾ ਹੈ। ਹਾਂ, ਬਹੁਤ ਵੱਡਾ ਹਿੱਸਾ ਬਣਦਾ ਇਸ ਹਿਸਾਬ ਨਾਲ। ਹੋਰ ਵੀ ਸਰ ਪੁਰਾਣੀਆਂ ਚੀਜ਼ਾਂ ਪਈਆਂ ਨੇ, ਜਿੱਦਾਂ ਉੱਪਰ ਛੱਜ ਵੀ ਪਿਆ, ਹੈ ਨਾ? ਪੰਜਾਬੀ ਵਿਰਸੇ ਨੂੰ ਵੀ ਤੁਸੀਂ ਕਾਇਮ ਰੱਖਿਆ ਹੋਇਆ। ਇੱਕ ਹੱਥ ਕੜੀ ਵੀ ਨਜ਼ਰ ਆਈ ਹੈ, ਇਹ ਕਿਵੇਂ? ਕੋਈ ਪੁਰਾਣੀ ਇਹ ਉਦੋਂ ਸੀ ਜਦੋਂ ਪਸ਼ੂਆਂ ਦਾ ਸਾਰਾ ਸੀ, ਟਰੈਕਟਰ ਤੇ ਨਹੀਂ ਹੁੰਦੇ ਸੀ, ਉਦੋਂ ਪਸ਼ੂਆਂ ਨੂੰ ਕਾਬੂ ਕਰਨ ਲਈ ਉਹਨਾਂ ਦੇ ਪੈਰਾਂ 'ਚ ਪਾਇਆ ਜਾਂਦਾ ਸੀ ਵੀ ਉਹ ਕਿਤੇ ਦੂਰ ਜਾ ਕੇ ਕਿਸੇ ਫਸਲ ਦਾ ਨੁਕਸਾਨ ਹੈ। ਹਾਂ, ਔਰ ਬਾਹਰ ਵੀ ਦੇਖਿਆ, ਬਾਹਰ ਵੀ ਕਾਫੀ ਖੂਬਸੂਰਤ ਹੈ, ਖੁੱਲੀ ਹਵੇਲੀ ਬਣੀ ਹੋਈ ਹੈ। ਬਾਹਰ ਤੁਸੀਂ ਕੁਝ ਮੂੜਾ ਟਾਈਪ ਦਿਖਾਏ ਸੀਗੇ, ਹੈ ਨਾ, ਬੈਠਣ ਵਾਸਤੇ। ਉਹ ਕਿਸ ਚੀਜ਼ ਦੇ ਬਣਵਾਏ ਹੈ? ਇਹ ਵੀ ਸਾਨੂੰ ਪੁਰਾਣਾ ਘਰ ਹੋਣ ਕਰਕੇ ਸਾਨੂੰ ਪੁਰਾਣੀਆਂ ਚੀਜ਼ਾਂ ਜਿਹੜੀਆਂ ਖੂਬਸੂਰਤ ਹੈ, ਜਿਹੜੀ ਨੈਚੁਰਲ ਚੀਜ਼ਾਂ ਹੈ, ਉਹ ਅਸੀਂ ਖਜੂਰ ਦੇ ਪੇੜ ਤੋਂ ਕੱਟ ਕੇ ਅਸੀਂ ਉਹਨਾਂ ਦੇ ਇੱਕ ਬੈਂਚ ਬਣਾਏ ਹੈ ਵੀ ਵਰਤਨ 'ਚ ਵੀ ਬੜੇ ਆਸਾਨ ਹੈ ਤੇ ਦੇਖਣ 'ਚ ਬੜੇ ਖੂਬਸੂਰਤ ਹੈ। ਹਾਂ, ਹਲਕੇ ਹੈਗੇ ਨੇ, ਚੱਕੇ ਵੀ ਜਾ ਸਕਦੇ। ਚਲੋ, ਤੁਸੀਂ ਪੰਜਾਬੀ ਵਿਰਸੇ ਨੂੰ ਇੱਥੇ ਸੰਭਾਲ ਕੇ ਰੱਖਿਆ ਹੈ। ਤੁਹਾਨੂੰ ਕਿਵੇਂ ਸ਼ੌਂਕ ਪਿਆ ਇਸ ਵਿਰਸੇ ਨੂੰ ਸੰਭਾਲਣ ਦਾ? ਕੋਈ ਉਹਦੇ ਬਾਰੇ ਦੱਸ ਸਕਦੇ ਹੋ? ਇਹ ਜਦੋਂ ਵੀ ਆਪਾਂ ਕੋਈ ਆਪਣੇ ਪਰਿਵਾਰ ਦੀ ਜਾਂ ਕੋਈ ਗੱਲ ਸੁਣਦੇ ਆ ਵੀ 100 ਸਾਲ ਦਾ ਇਤਿਹਾਸ ਸੀਗਾ, ਪਰਿਵਾਰ ਐਵੇਂ ਰਹਿੰਦਾ ਸੀ, ਤਾਂ ਉਹ ਗੱਲਾਂ ਸੁਣਨ ਨਾਲ ਕੁਦਰਤੀ ਹੈ ਵੀ ਉਸ ਨਾਲ ਲਗਾਵ ਹੋ ਜਾਂਦਾ ਹੈ। ਤਾਂ ਮੇਰੇ ਦਾਦਾ ਜੀ ਸਰਦਾਰ ਅਜੀਤ ਸਿੰਘ ਸੀ, ਉਹਨਾਂ ਨਾਲ ਸੀਗਾ ਆਉਣ ਜਾਣ, ਚੰਗੀ ਤਰ੍ਹਾਂ ਉਹ ਪੁਰਾਣੀ ਗੱਲਾਂ ਕਰਦੇ ਸੀ, ਉਹ ਸਮਝਾਉਂਦੇ ਸੀ। ਉਸ ਤੋਂ ਬਾਅਦ ਮੇਰਾ ਵੀ ਸ਼ੌਂਕ ਵਧਿਆ, ਜਿੰਨੀਆਂ ਚੀਜ਼ਾਂ ਸੀਗੀਆਂ ਅਸੀਂ ਬਚਾ ਕੇ ਰੱਖੀਆਂ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਸਾਡੀ ਅਗਲੀ ਪੀੜ੍ਹੀ ਵੀ ਇਹਦੇ ਦੇ ਦਰਸ਼ਨ ਕਰ ਸਕੇ, ਰਿਸ਼ਤੇਦਾਰ ਦੋਸਤ ਮਿੱਤਰ ਦੇਖ ਸਕਣ। ਇਸ ਲਈ ਇਹ ਪਰਿਵਾਰਿਕ ਹੀ ਹੈ, ਸਾਨੂੰ ਸ਼ੁਰੂ ਤੋਂ ਹੀ ਆਦਤ ਹੈਗੀ ਹੈ ਵੀ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਏ, ਉਹਨੂੰ ਹੀ ਅਸੀਂ ਅੱਗੇ ਕੰਟੀਨਿਊ ਕਰੀਏ। ਹਾਂ, ਵਧੀਆ ਗੱਲ ਹੈ, ਕਿਉਂਕਿ ਆਪਾਂ ਨਾ ਸੰਭਾਲਾਂਗੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਛੱਜ ਕੀ ਹੁੰਦਾ ਸੀ, ਘੜੋਲੀ ਕੀ ਹੁੰਦੀ ਸੀ, ਸੰਦੂਕ ਕੀ ਹੁੰਦਾ ਸੀ, ਹੈ ਨਾ? ਅੱਜ ਕੱਲ੍ਹ ਤਾਂ ਮਾਡਰਨ ਜ਼ਮਾਨਾ ਹੈ। ਇੱਕ ਤੁਸੀਂ ਸਰ ਹੁੱਕਾ ਦਿਖਾਇਆ, ਹੈ ਨਾ, ਪੁਰਾਣਾ ਕਾਫੀ ਸਮੇਂ ਦਾ ਪਿਆ। ਉਹ ਮੁਸਲਮਾਨ ਭਰਾ ਜਦੋਂ ਇੱਥੋਂ ਗਏ ਸੀਗੇ, ਉਹ ਇੱਕ ਗਿਫਟ ਦੇ ਕੇ ਗਏ ਸੀ ਕਿ ਸਾਨੂੰ ਤੁਸੀਂ, ਅਸੀਂ ਚੱਲੇ ਇੱਥੋਂ ਛੱਡ ਕੇ, ਤੇ ਇਸ ਲਈ ਸਾਡੀਆਂ ਕੁਝ ਚੀਜ਼ਾਂ ਤੁਸੀਂ ਯਾਦਗਾਰੀ ਚਿੰਨ੍ਹ ਹੈ ਉਹਨਾਂ ਨੂੰ, ਜਿਹੜਾ ਅਸੀਂ ਅੱਜ ਵੀ ਯਾਦ ਕਰਦੇ ਹਾਂ। ਮੇਰੇ ਹਿਸਾਬ ਨਾਲ ਅਗਰ ਉਹਨਾਂ ਦੀ ਕੋਈ ਫੈਮਿਲੀ ਦਾ ਜਾਂ ਉਹ
ਮੁਸਲਿਮ ਪਰਿਵਾਰ ਭਾਈਚਾਰੇ ਦੇ ਲੋਕ ਜਿੰਦਾ ਨੇ ਉਹ ਇਸ ਹੁੱਕੇ ਨੂੰ ਦੇਖਣਗੇ ਤੇ ਸ਼ਾਇਦ ਪਛਾਣ ਵੀ ਲੈਣ ਹਨ। ਹਾਂਜੀ, ਉਹਨਾਂ ਦਾ ਫਿਰ ਰਾਬਤਾ ਕਾਇਮ ਕੀਤਾ ਜਾ ਸਕਦਾ ਹਾਂ, ਰਾਬਤਾ ਕਾਇਮ ਕੀਤਾ ਜਾ ਸਕਦਾ, ਮੁਹੱਬਤ ਫਿਰ ਵਧੇਗੀ, ਕਿਉਂਕਿ ਪਹਿਲੇ ਵੀ ਮੁਹੱਬਤ ਦੇ ਨਾਲ ਹੀ ਰਹਿੰਦੇ ਸੀਗੇ ਨਾ ਲੋਕ। ਹੋਰ ਸਰ ਉੱਪਰ ਜਿਹੜਾ ਸਮਾਨ ਇਹਦੇ ਵਿੱਚ ਮੰਗਵਾਇਆ ਗਿਆ ਸੀਗਾ, ਜਿੱਦਾਂ ਗਾਰਡਰ ਹੈਗੇ ਆ, ਇਹ ਕਿੱਥੋਂ ਮੰਗਵਾਏ ਗਏ ਸੀਗੇ? ਇਹ ਸਾਰੇ ਉਸ ਟਾਈਮ ਬ੍ਰਿਟਿਸ਼ ਸਰਕਾਰ ਦਾ ਉਹਨਾਂ ਦਾ ਰਾਜ ਸੀਗਾ ਜੀ। ਉਦੋਂ ਬੜੀ ਚੀਜ਼ਾਂ ਕੰਪਨੀ ਦੇ ਮਿਲਦੀ ਸੀ, ਡੁਪਲੀਕੇਟ ਤਾਂ ਹੁੰਦਾ ਨਹੀਂ ਸੀ, ਟਾਈਮ ਲੱਗਦਾ ਸੀਗਾ ਜੀ, ਬੜਾ ਔਖਾ ਜੀ। ਇਹ ਕੁਝ ਸਮਾਨ ਜਿਵੇਂ ਫਾਟਕ ਤੇ ਸਟੇਸ਼ਨ ਤੇ ਆ ਗਿਆ, ਉੱਥੋਂ ਗੱਡਿਆਂ ਦੇ ਰਾਹੀਂ ਬੜੀ ਮਿਹਨਤ ਨਾਲ ਲੋਕਾਂ ਨੇ ਇਹ ਸਮਾਨ ਇਕੱਠਾ ਕਰਕੇ ਜੀ ਇਹ ਮਕਾਨ ਪੂਰਾ ਬਣਿਆ। ਅੱਛਾ, ਇਹਦੀਆਂ ਇੱਟਾਂ ਸੁਣਿਆ ਕਿ ਪੱਠਾ ਵੀ ਤੁਸੀਂ ਆਪ ਹੀ ਲਗਵਾਇਆ ਸੀਗਾ ਬਜ਼ੁਰਗਾਂ ਨੇ? ਹਾਂਜੀ, ਆਪ ਦਾ ਆ ਰਿਹਾ ਸੀ। ਬਜ਼ੁਰਗਾਂ ਨੂੰ ਇਹ ਸੀ ਕਿ ਜੋ ਇੱਟ ਬਣੂਗੀ, ਇੱਟ ਦੀ ਬੁਨਿਆਦ ਹੈ ਵੀ ਚੰਗੀ ਕਿਸਮ ਦੀ ਇੱਟ ਹੋਏ, ਚੰਗਾ ਪਾਣੀ ਹੋਏ, ਤਾਂ ਉਸਨੇ ਇੱਟ ਵੀ ਆਪ ਪਹਿਲਾਂ ਤਿਆਰ ਕਰਕੇ ਉਸ ਤੋਂ ਬਾਅਦ ਫਿਰ ਸਾਰਾ ਮਟੀਰੀਅਲ ਜੋ ਘਰੋਂ ਹੋ ਸਕਦਾ ਸੀ ਆਪਦਾ ਹੀ, ਜੋ ਬਾਹਰੋਂ ਸਮਾਨ ਸੀ ਉਹ ਮੇਡ ਇਨ ਇੰਗਲੈਂਡ, ਜਿਵੇਂ ਗਾਰਡਰ ਹੈ, TRC, ਉਹ ਬਾਕੀ ਮੁਸਲਮਾਨ ਜਿਹੜੇ ਭਰਾ ਸੀ ਉਹਨਾਂ ਦੀ ਕਾਰੀਗਰੀ ਸੀ, ਉਹਨਾਂ ਦੇ ਡਿਜ਼ਾਈਨ ਦੇ ਨਾਲ। ਹੁਣ ਕੁਝ ਉੱਤੇ ਕਮਰੇ ਸੀ ਬਦਲੇ ਹੈ, ਪਹਿਲਾਂ ਉਹਨਾਂ ਵਿੱਚ ਬਹੁਤ ਹਰੇਕ ਕਮਰੇ 'ਚ ਚਿਮਨੀ ਸੀ, ਉਹਨਾਂ ਦੇ ਹਰ 'ਚ ਅੰਗੀਠੀ, ਆਲੇ, ਹਰ ਚੀਜ਼, ਮਤਲਬ ਹਰ ਰੂਮ ਦੇ ਵਿੱਚ ਸਾਰਾ ਕੁਝ ਅਵੇਲੇਬਲ ਸੀ। ਅੱਛਾ, ਪੁਰਾਣੇ ਵਕਤ ਦਾ ਉਹੀ ਹੈ ਨਾ। ਹੁਣ ਵੀ ਐਦਾਂ ਹੀ ਅਜੇ ਵੀ ਮੈਨੂੰ ਤਾਂ ਪੁਰਾਣੀ ਲੱਗਦੀ ਹੈ ਵੀ ਸਾਰੀ ਚੀਜ਼ ਪੁਰਾਣੀ ਬਣੀ ਹੈ, ਭਾਵੇਂ ਤੁਸੀਂ ਇਸ ਨੂੰ ਨਵਾਂ ਉੱਤੇ ਰੰਗ ਰੋਗਨ, ਕਿਉਂਕਿ ਉਮਰ ਕਾਫੀ 100 ਸਾਲ ਤੋਂ ਜ਼ਿਆਦਾ ਹੋ ਗਈ। ਇਹ ਜਿੱਦਾਂ ਇਹ ਚੀਜ਼ਾਂ ਹੈਗੇ ਨੇ ਉਸ ਵਕਤ ਦੀਆਂ ਲੱਗੀਆਂ ਹੋਈਆਂ ਨੇ, ਹੈ ਨਾ, ਤੇ ਉਹ ਡਿਜ਼ਾਈਨ ਵੀ ਸਾਰਾ ਪੁਰਾਣਾ, ਖੂਬਸੂਰਤੀ ਉੱਦਾਂ ਹੀ ਨਜ਼ਰ ਆ ਰਹੀ ਹੈ। ਹੋਰ ਕੋਈ ਇੱਕ ਘੜੀ ਵੀ ਹੈਗੀ ਕਿ ਅੰਦਰੋਂ ਪੁਰਾਣੇ ਵਕਤ ਦੀ ਹੈਗੀ? ਪੁਰਾਣੀ, ਸਾਰਾ ਕੁਝ ਪੁਰਾਣਾ ਹੀ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਚੀਜ਼ਾਂ ਨੂੰ ਆਪਾਂ ਸਾਂਭ ਸੰਭਾਲ ਕੇ ਰੱਖੀਏ ਤੇ ਆਉਣ ਵਾਲੇ ਟਾਈਮ 'ਚ ਵੀ ਅਗਲੀ ਪੀੜ੍ਹੀ ਵੀ ਉਸ ਨੂੰ ਵਰਤੇ ਤੇ ਨਾਲੇ ਲੋਕਾਂ ਨੂੰ ਦਿਖਾ ਸਕੇ, ਯਾਨੀ ਪਤਾ ਲੱਗੇ ਵੀ ਅਸੀਂ ਪੰਜਾਬ ਦੇ ਵਾਸੀ ਹੈਗੇ ਔਰ ਆਪਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਤਾਂ ਇਹ ਹਵੇਲੀ ਪਿੰਡ ਕਿੱਲਿਆਂਵਾਲੀ ਹੈ ਔਰ ਇਹਨਾਂ ਨੇ ਅੱਛੇ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ। 100 ਸਾਲ ਤੋਂ ਜ਼ਿਆਦਾ ਉਮਰ ਹੋ ਗਈ, 1919 ਦੀ ਸ਼ੁਰੂਆਤ ਸੀਗੀ ਔਰ 2 ਸਾਲ ਤਕਰੀਬਨ ਲੱਗਿਆ ਹਵੇਲੀ ਨੂੰ ਬਣਾਉਣ ਦੇ ਲਈ। ਜਿਹੜੇ ਮੁਸਲਿਮ ਭਾਈਚਾਰੇ ਦੇ ਕਾਰੀਗਰ ਸੀਗੇ ਉਸ ਵਕਤ ਦੇ, ਉਹਨਾਂ ਦਾ ਸਮਾਨ ਬਣਿਆ ਹੋਇਆ ਜਿਹੜਾ ਉਹਨਾਂ ਨੇ ਆਪਣੇ ਹੱਥ ਨਾਲ ਬਣਾਇਆ ਸੀਗਾ, ਇਸ ਲੇਬਰ ਕੀਤੀ ਸੀ। ਤੇ ਉਹ ਵੀ ਲੋਕ ਜਿਹੜੇ ਜਦੋਂ ਇੱਥੋਂ ਗਏ ਨੇ ਉਹ ਇਹਨਾਂ ਨੂੰ ਕੁਝ ਗਿਫਟ ਦੇ ਤੌਰ ਤੇ ਵੀ ਸਮਾਨ ਦੇ ਕੇ ਗਏ ਨੇ, ਉਹ ਵੀ ਇਹਨਾਂ ਕੋਲ ਮੌਜੂਦ ਹੈ। ਤਾਂ ਦੋਸਤੋ, ਇਹੋ ਜਿਹੀਆਂ ਹਵੇਲੀਆਂ ਇਸ ਕਰਕੇ ਹੈਗੇ ਨੇ ਕਿ ਸਾਡੀ ਵਿਰਾਸਤ ਹੈ ਜਿਹੜੀ ਪੰਜਾਬ ਦੀ ਉਹ ਜਿੰਦਾ ਰਹੇ, ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ। ਤਾਂ ਮੇਰੀ ਤੁਹਾਨੂੰ ਵੀ ਅਪੀਲ ਹੈ ਕਿ ਜੇ ਤੁਹਾਡੇ ਕੋਲ ਕੋਈ ਪੁਰਾਣਾ ਵਿਰਾਸਤੀ ਸਮਾਨ ਪਿਆ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਜਾਵੇ, ਤਾਂ ਕਿ ਸਾਡੇ ਪੰਜਾਬ ਦੀ ਜਿਹੜੀ ਵਿਰਾਸਤ ਹੈ, ਭਾਵੇਂ ਉਹ ਚੜ੍ਹਦਾ ਪੰਜਾਬ ਹੈ, ਭਾਵੇਂ ਲਹਿੰਦਾ ਪੰਜਾਬ ਹੈ, ਉਸ ਨੂੰ ਫਿਰ ਇੱਕ ਵਾਰ ਜਿੰਦਾ ਰੱਖਿਆ ਜਾ ਸਕੇ। ਧੰਨਵਾਦ, ਸ਼ੁਕਰੀਆ।